ਵਿਜੇ ਜੀ, ਆਫ ਕੋਰਸ ਇਸ ਵੱਡੇ ਖੁਲਾਸੇ ਦੇ ਬਹੁਤ ਸਾਰੇ ਰੈਪਰਕਸ਼ਨਸ ਵੀ ਹੋਣਗੇ ਤੇ ਭਾਰਤੀ ਸਰਕਾਰ ਵੱਲੋਂ ਵੀ ਜਿਹੜਾ ਉਹਦਾ ਰਿਐਕਸ਼ਨ ਆ ਗਿਆ ਤੇ ਉਹਨਾਂ ਨੇ ਵੀ ਇਸ ਬਿਆਨ ਨੂੰ ਰਿਜੈਕਟ ਕੀਤਾ ਤੇ ਉਹ ਕਹਿੰਦੇ ਐਬਸਰਡ ਹੈ, ਮੋਟੀਵੇਟਡ ਹੈ। ਤੇ ਕੈਨੇਡਾ ਵੱਲੋਂ ਜਿਹੜੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨੀ ਜੋਲੀ, ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਭਾਰਤ ਦੇ ਰॉ ਦੇ ਕੈਨੇਡਾ ਦੇ ਵਿੱਚ ਹੈੱਡ ਨੇ ਪਵਨ ਕੁਮਾਰ ਰਾਏ, ਉਹਨਾਂ ਨੂੰ ਐਕਸਪੈਲ ਕੀਤਾ ਜਾ ਰਿਹਾ ਤੇ ਉਹਦੇ ਰਿਐਕਸ਼ਨ ਦੇ ਵਿੱਚ ਇੱਕ ਰਿਟੈਲੀਏਟਰੀ ਮੂਵ ਵਜੋਂ ਭਾਰਤ ਨੇ ਵੀ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਐਕਸਪੈਲ ਕਰਨ ਦੀ ਗੱਲ ਕੀਤੀ ਹੈ। ਉਹਨਾਂ ਨੂੰ 5 ਦਿਨਾਂ ਦਾ ਸਮਾਂ ਦਿੱਤਾ ਗਿਆ ਤੇ ਵੀ ਤੁਸੀਂ ਭਾਰਤ ਛੱਡ ਕੇ ਚਲੇ ਜਾਓ। ਤੇ ਨਾਲ ਹੀ ਜਿਹੜੇ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸਰਕਾਰ ਵੱਲੋਂ, ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ। ਸੋ ਇਹ ਸਾਰੇ ਜਿਹੜੀ ਹੁਣ ਐਕਸ਼ਨ ਰਿਐਕਸ਼ਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਗਈ ਹੈ। ਤੇ ਕੱਲ ਤੁਸੀਂ ਬਿਲਕੁਲ ਠੀਕ ਕਿਹਾ ਵੀ ਹਾਊਸ ਆਫ ਕਾਮਨਸ ਵਿੱਚ ਅਸੀਂ ਕੱਲ ਸਵੇਰ ਵਾਲੇ ਸ਼ੋਅ ਦੇ ਵਿੱਚ ਗੱਲ ਕਰਦੇ ਸੀ ਕਿ ਇੱਕ ਸੈਸ਼ਨ ਸ਼ੁਰੂ ਹੋਇਆ ਤੇ ਉਹਦੇ ਵਿੱਚ ਬਹੁਤ ਸਾਰੇ ਭਾਰੀ ਭਰਕਮ ਮੁੱਦੇ ਆਲਰੇਡੀ ਸੀਗੇ, ਹਾਊਸਿੰਗ, ਪਬਲਿਕ ਸੇਫਟੀ ਤੇ ਹੋਰ ਸਭ ਕੁਝ, ਵੀ ਉਹਦੇ ਬਾਰੇ ਗੱਲਬਾਤ ਹੋਏਗੀ। ਤੇ ਉਸ ਤੋਂ ਸਾਰੇ ਮੁੱਦਿਆਂ ਨੂੰ ਇੱਕ ਤਰੀਕੇ ਨਾਲ ਹਾਈਜੈਕ ਕਰ ਲਿਆ ਇਸ ਬਹੁਤ ਵੱਡੀ ਖਬਰ ਨੇ, ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਹ ਖਬਰ ਹੈ ਤੇ ਇਹਦੇ ਬਾਰੇ ਸਾਰਾ ਦਿਨ ਕੱਲ ਨੈਸ਼ਨਲ ਮੀਡੀਆ ਤੇ ਇੰਟਰਨੈਸ਼ਨਲ ਮੀਡੀਆ ਐਵਰੀਵੇਅਰ ਸਾਰੇ ਪਾਸੇ ਹੀ ਇਹ ਗੱਲ ਚੱਲਦੀ ਰਹੀ ਹੈ। ਬਸ ਜੀ, ਵਿਰੋਧੀ ਧਿਰਾਂ ਦੇ ਲੀਡਰਸ ਨੇ ਰਿਐਕਸ਼ਨ ਨੈਚੁਰਲੀ ਉਹਨਾਂ ਨੇ ਵੀ ਹਾਊਸ ਆਫ ਕਾਮਨਸ ਦੇ ਫਲੋਰ ਤੇ ਆਪੋ ਆਪਣਾ ਪ੍ਰਤੀਕਰਮ ਸਾਂਝਾ ਕੀਤਾ। ਪਹਿਲਾਂ ਉੱਥੋਂ ਗੱਲ ਅੱਗੇ ਤੋਰਦੇ ਹਾਂ ਕਿ ਪੀਅਰ ਪੋਲੀਐਵ ਨੇ ਇਹ ਕਿਹਾ ਕਿ ਜੇ ਇਹ ਗੱਲ ਸਹੀ ਹੈ ਤਾਂ ਇਹ ਬਹੁਤ ਗੰਭੀਰ ਐਲੀਗੇਸ਼ਨ ਹੈ ਤੇ ਉਹਨਾਂ ਨੇ ਆਪਣੀ ਪੂਰੀ ਉਹ ਸਟੇਟਮੈਂਟ ਦੇ ਵਿੱਚ ਇਹ ਕਿਹਾ ਵੀ ਜਿਹੜੀ ਕੈਨੇਡਾ ਦੀ ਸੋਵਰਨਟੀ ਹੈ, ਕੈਨੇਡਾ ਦੀ ਪ੍ਰਭੂ ਸੱਤਾ ਦੇ ਉੱਪਰ ਇਹ ਬਹੁਤ ਵੱਡਾ ਇੱਕ ਉਸ ਨੂੰ ਅੰਡਰਮਾਈਨ ਕਰਨ ਦਾ ਇੱਕ ਬਹੁਤ ਵੱਡਾ ਐਫਰਟ ਆ। ਫਿਰ ਉਹਨਾਂ ਨੇ ਇਹ ਵੀ ਆਖਿਆ ਵੀ ਉਹਨਾਂ ਨੂੰ ਉਮੀਦ ਹੈ ਵੀ ਭਾਰਤੀ ਸਰਕਾਰ ਟਰਾਂਸਪੇਰੈਂਸੀ ਨਾਲ ਇਸ ਸਾਰੀ ਗੱਲਬਾਤ ਦੇ ਵਿੱਚ ਕੋਆਪਰੇਟ ਕਰੇਗੀ। ਉਹਨਾਂ ਨੇ ਇਹ ਗੱਲ ਆਖੀ ਆ। ਜਗਮੀਤ ਸਿੰਘ ਨੇ ਵਾਸੂ ਜੀ ਇਹ ਕਿਹਾ ਵੀ ਜਿਹੜੇ ਕੈਨੇਡਾ ਤੇ ਕੈਨੇਡਾ ਦੇ ਐਲਾਈਜ਼ ਨੇ, ਉਹਨਾਂ ਨੂੰ ਭਾਰਤ ਨੂੰ ਬੜਾ ਇੱਕ ਸਟਰੋਂਗ ਸਿਗਨਲ ਸੰਕੇਤ ਦੇਣਾ ਪੈਣਾ ਕਿ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨਾਂ ਨੇ ਇਹ ਵੀ ਕਿਹਾ, ਫਿਰ ਉਹਨਾਂ ਨੇ ਕਾਫੀ ਹੋਰ ਡੀਟੇਲ ਦੇ ਵਿੱਚ ਗੱਲਬਾਤ ਸਾਂਝੀ ਕੀਤੀ। ਕਹਿੰਦੇ ਵੀ ਜਦੋਂ ਮੈਂ ਵੱਡਾ ਹੋ ਰਿਹਾ ਸੀ, ਮੈਂ ਇਹ ਕਹਾਣੀਆਂ ਸੁਣਿਆ ਕਰਦਾ ਸੀ ਕਿ ਜੇ ਤੁਸੀਂ ਹਿਊਮਨ ਰਾਈਟਸ ਦੇ ਸੰਦਰਭ ਵਿੱਚ ਭਾਰਤ ਦੀ ਆਲੋਚਨਾ ਕਰਦੇ ਹੋ, ਕੋਈ ਗੱਲ ਕਰਦੇ ਹੋ, ਤਾਂ ਵੀਜ਼ਾ ਰੋਕ ਲਿਆ ਜਾਂਦਾ, ਜਾਂ ਫਿਰ ਇੰਡੀਆ ਦੇ ਵਿੱਚ ਜਾ ਕੇ ਜੇ ਤੁਸੀਂ ਚਲੇ ਜਾਂਦੇ ਹੋ ਇੰਡੀਆ, ਉੱਥੇ ਤੁਹਾਨੂੰ ਹਿੰਸਾ ਦਾ ਡਰ ਹੁੰਦਾ ਜਾਂ ਫਿਰ ਟੌਰਚਰ ਕੀਤਾ ਜਾ ਸਕਦਾ। ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਦੇ ਸੀ, ਜਾਂ ਫਿਰ ਵਿਅਕਤੀ ਨੂੰ ਜਾਨੋਂ ਵੀ ਮਾਰਿਆ ਜਾ ਸਕਦਾ। ਫਿਰ ਉਹਨਾਂ ਨੇ ਇਹ ਵੀ ਗੱਲ ਕੀਤੀ, ਕਹਿੰਦੇ ਵੀ ਭਾਰਤੀ ਸਰਕਾਰ ਆਪਣੇ ਆਲੋਚਕਾਂ 'ਤੇ ਹਮਲਾ ਕਰਦੀ ਹੈ, ਵੀ ਇਹ ਗੱਲਾਂ ਅਸੀਂ ਸੁਣਦੇ ਹੁੰਦੇ ਸੀ, ਪਰ ਕੈਨੇਡਾ ਦੀ ਧਰਤੀ ਦੇ ਉੱਪਰ ਇੱਕ ਕੈਨੇਡੀਅਨ ਸਿਟੀਜ਼ਨ ਦੇ ਉੱਪਰ ਇਸ ਤਰ੍ਹਾਂ ਹਮਲਾ ਹੋਣਾ ਤੇ ਪ੍ਰਧਾਨ ਮੰਤਰੀ ਵੱਲੋਂ ਇਹ ਕਹਿਣਾ ਕਿ ਉਸ ਦੀਆਂ ਤਾਰਾਂ ਭਾਰਤੀ ਸਰਕਾਰ ਦੇ ਏਜੰਟਸ ਨਾਲ ਜੁੜਦੀਆਂ ਨੇ, ਕਹਿੰਦੇ ਇਹ ਬਹੁਤ ਜ਼ਿਆਦਾ ਕੰਸਰਨਿੰਗ ਗੱਲ ਆ। ਉਸ ਤੋਂ ਮਗਰੋਂ ਉਹਨਾਂ ਨੇ ਪਹਿਲਾਂ ਹੀ ਸਾਰੀ ਗੱਲ ਅੰਗਰੇਜ਼ੀ 'ਚ ਕੀਤੀ, ਫਿਰ ਹਾਊਸ ਆਫ ਕਾਮਨਸ ਦੇ ਫਲੋਰ ਤੇ ਜਗਮੀਤ ਸਿੰਘ ਨੇ ਪੰਜਾਬੀ ਦੇ ਵਿੱਚ ਵੀ ਕੁਝ ਗੱਲਬਾਤ ਕਹੀ। ਕਹਿੰਦੇ ਮੈਂ ਇੱਥੇ ਹੈਗਾ ਵੀ ਜਿੰਨੀ ਮੇਰੀ ਤਾਕਤ ਦੇ ਵਿੱਚ ਜੋ ਕੁਝ ਵੀ ਹੈਗਾ ਮੈਂ ਸਾਰਾ ਕਰਾਂਗਾ ਸੋ ਦੈਟ ਜਿਹੜਾ ਜਸਟਿਸ ਹੈ ਉਹ ਮਿਲ ਸਕੇ। ਸੋ ਇਹਦੇ ਵਿੱਚ ਇਹ ਵੀ ਅਸੀਂ ਗੱਲ ਜ਼ਰੂਰ ਮੈਂਸ਼ਨ ਕਰੀਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਗਜ਼ੈਕਟਲੀ ਕਿਹਾ ਕੀ ਜਾ ਰਿਹਾ। ਸੋ ਉਹਨਾਂ ਨੇ ਇਹ ਤਾਂ ਜ਼ਰੂਰ ਕਿਹਾ ਕਿ ਜਿਹੜੀਆਂ ਕੈਨੇਡੀਅਨ ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੇ, ਉਹਨਾਂ ਦੇ ਕੋਲ ਕ੍ਰੈਡੀਬਲ ਐਵੀਡੈਂਸ ਹੈਗਾ ਕਿ ਇਹ ਜਿਹੜੀਆਂ ਤਾਰਾਂ ਨੇ ਉਹ ਇੰਡੀਆ ਸਰਕਾਰ ਦੇ ਏਜੰਟਸ ਨਾਲ ਜੁੜੀਆਂ ਹੋ ਸਕਦੀਆਂ ਇਸ ਮਰਡਰ ਦੀਆਂ। ਨਾਲ ਹੀ ਉਹਨਾਂ ਨੇ ਇਹ ਕਿਹਾ ਵਿਜੇ ਜੀ ਕਿ ਉਹ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੰਡੀਆ ਨੂੰ ਪ੍ਰੋਵੋਕ ਨਹੀਂ ਕਰਨਾ ਚਾਹੁੰਦੇ, ਇਸ ਮਾਮਲੇ ਨੂੰ ਐਸਕੇਲੇਟ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਬਾਹਰ ਆ ਕੇ ਹਾਊਸ ਆਫ ਕਾਮਨਸ ਦੇ ਰਿਪੋਰਟਰਸ ਨਾਲ ਗੱਲ ਕਰਦੇ ਹੋਏ ਇਹ ਜਿਹੜੇ ਦੋ ਸ਼ਬਦ ਨੇ ਬੜੇ ਸੋਚ ਸਮਝ ਕੇ ਬੋਲੇ। ਉਹਨਾਂ ਨੇ ਉੱਪਰ ਦੇਖ ਕੇ ਸੋਚ ਕੇ ਥੋੜ੍ਹਾ ਜਿਹਾ ਕੰਟੈਂਪਲੇਟ ਕਰਕੇ ਫਿਰ ਉਹਨਾਂ ਨੇ ਇਹ ਸ਼ਬਦ ਬੋਲੇ ਨੇ। ਕਹਿੰਦੇ ਉਹ ਪ੍ਰੋਵੋਕ ਨਹੀਂ ਕਰਨਾ ਚਾਹੁੰਦੇ, ਐਸਕੇਲੇਟ ਨਹੀਂ ਕਰਨਾ ਚਾਹੁੰਦੇ। ਚਾਹੁੰਦੇ ਕੀ ਨੇ ਕਿ ਭਾਰਤੀ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਟਰਾਂਸਪੇਰੈਂਸੀ ਨਾਲ ਕੋਆਪਰੇਟ ਕਰੇ। ਕੋਆਪਰੇਟ ਜਿਹੜਾ ਸ਼ਬਦ ਹੈ ਇਸਤੇਮਾਲ ਕੀਤਾ ਜਾ ਰਿਹਾ, ਮਦਦ ਨਹੀਂ ਮੰਗੀ ਜਾ ਰਹੀ ਇਨਵੈਸਟੀਗੇਸ਼ਨ ਦੇ ਵਿੱਚ ਭਾਰਤ ਤੋਂ। ਇਹ ਕਿਹਾ ਜਾ ਰਿਹਾ ਵੀ ਭਾਰਤ ਦੇ ਸਮਰਥਨ ਨੂੰ ਅਸੀਂ ਐਕਸਪੈਕਟ ਕਰਦੇ ਹਾਂ ਕਿ ਟਰਾਂਸਪੇਰੈਂਸੀ ਦੇ ਨਾਲ ਉਹ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਦੇ ਵਿੱਚ ਕੋਆਪਰੇਟ ਕਰਨ, ਮਦਦ ਨਹੀਂ। ਹਾਂ, ਅੱਛਾ, ਹੁਣ ਇੰਡੀਆ ਨੇ ਇਸ ਗੱਲ ਨੂੰ ਮੁੱਢੋਂ ਸੁੱਢੋਂ ਖਾਰਜ ਕਰ ਦਿੱਤਾ। ਹੁਣ ਕਿਉਂਕਿ ਵਾਸੂ ਜੀ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਫਲੋਰ ਦੇ ਉੱਪਰ ਜਦੋਂ ਇਹ ਸਾਰੀ ਗੱਲ ਭਾਰਤ ਦੀ ਸਰਕਾਰ ਬਾਰੇ ਜਾਂ ਭਾਰਤ ਦੇ ਸਰਕਾਰ ਨਾਲ ਸੰਬੰਧਿਤ ਏਜੰਟਸ ਬਾਰੇ ਕੀਤੀ ਗਈ, ਉਹ ਤੋਂ ਮਗਰੋਂ ਹੁਣ ਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਹਰ ਆ ਕੇ ਇਹ ਗੱਲ ਕਹੀ ਕਿ ਸਾਨੂੰ ਕੋਆਪਰੇਟ ਕਰੇ ਭਾਰਤ, ਈਵਨ ਫਲੋਰ ਤੇ ਵੀ ਉਹਨਾਂ ਨੇ ਕੋਆਪਰੇਸ਼ਨ ਦੀ ਗੱਲ ਕੀਤੀ। ਬਾਹਰ ਆ ਕੇ ਉਹਨਾਂ ਨੇ ਇਹ ਕਿਹਾ ਵੀ ਉਹ ਐਸਕੇਲੇਟ ਜਾਂ ਪ੍ਰੋਵੋਕ ਨਹੀਂ ਕਰਨਾ ਚਾਹੁੰਦੇ ਜੀ, ਪਰ ਜਿਹੜੀ ਉਹ ਪ੍ਰੋਵੋਕੇਸ਼ਨ ਆ ਵਾਸੂ ਜੀ, ਉਹ ਲੱਗਦਾ ਹੈਗਾ ਵੀ ਉਹ ਤਾਂ ਪ੍ਰੋਵੋਕੇਸ਼ਨ ਐਸਕੇਲੇਸ਼ਨ ਹੋ ਜਾਣੀ ਆ, ਹੋ ਚੁੱਕੀ ਹੋਈ ਆ। ਕਿਉਂਕਿ ਭਾਰਤ ਨੇ ਆਪਣੇ ਰਿਸਪੌਂਸ ਦੇ ਵਿੱਚ ਕੱਲ ਇਹ ਕਿਹਾ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਸਟੇਟਮੈਂਟ ਇਹ ਕਹਿੰਦੀ ਆ, ਇੱਕ ਤਾਂ ਸਾਰੀ ਦੀ ਸਾਰੀ ਜਿਹੜੀ ਕਹਿੰਦੇ ਅਸੀਂ ਇਹਦੇ ਵਿੱਚ ਆਪਣੀ ਜਿਹੜੀ ਇਨਵੋਲਵਮੈਂਟ ਉਹਨੂੰ ਡਿਨਾਈ ਕਰਦੇ ਹਾਂ। ਕਹਿੰਦੇ ਵੀ ਜਿਹੜੇ ਇਹ ਲਾਈਕ ਯੂ ਮੈਨਸ਼ਨਡ ਬਿਫੋਰ ਕਿ ਉਹਨਾਂ ਭਾਰਤੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਕਹਿਣਾ ਕਿ ਇਹ ਸਾਰੀ ਦੀ ਸਾਰੀ ਗੱਲਬਾਤ ਬੇਬੁਨਿਆਦ ਹੈ, ਬੇਤੁਕੀ ਆ, ਐਬਸਰਡ ਐਂਡ ਮੋਟੀਵੇਟਡ ਆ। ਕਹਿੰਦੇ ਇਹਦੇ ਪਿੱਛੇ ਕੋਈ ਹੋਰ ਮਕਸਦ ਆ, ਮਨਸੂਬਾ ਕੁਝ ਹੋਰ ਆ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਹ ਵੀ ਆਖਿਆ, ਕਹਿੰਦੇ ਵੀ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸਮਿਟ ਵਾਸਤੇ ਉੱਥੇ ਗਏ ਹੋਏ ਸੀ, ਕਹਿੰਦੇ G20 ਸਮਿਟ ਵੇਲੇ ਵੀ ਜਿਹੜੀ ਕੋਈ 1-on-1 ਗੱਲਬਾਤ ਹੋਈ ਦੋਹਾਂ ਦੀ ਆਪਸ ਦੇ ਵਿੱਚ,
ਕਹਿੰਦੇ ਉਹਦੇ ਵਿੱਚ ਵੀ ਜਸਟਿਨ ਟਰੂਡੋ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਸਟਰ ਟਰੂਡੋ ਦੇ ਸਾਹਮਣੇ ਇਸ ਗੱਲ ਨੂੰ ਉਦੋਂ ਵੀ ਖਾਰਜ ਕਰ ਦਿੱਤਾ ਗਿਆ ਸੀ। ਇੱਕ ਤਰੀਕੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਗੱਲ ਨੂੰ ਵਿੰਡੀਕੇਟ ਕੀਤਾ ਗਿਆ ਭਾਰਤ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ। ਦੈਟਸ ਟਰੂ, ਕਿਉਂਕਿ ਪ੍ਰਧਾਨ ਮੰਤਰੀ ਟਰੂਡੋ ਇਹ ਗੱਲ ਕਹਿੰਦੇ ਰਹੇ ਨੇ ਕਿ ਜਦੋਂ ਉਹ ਭਾਰਤ ਗਏ ਸੀ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇਸ ਦੀ ਵਨ ਔਨ ਵਨ ਗੱਲ ਕੀਤੀ ਸੀ। ਉਹਨਾਂ ਨੇ ਇਹ ਗੱਲ ਕਮਿਊਨੀਕੇਟ ਕੀਤੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਇਨ ਨੋ ਅਨਸਰਟਨ ਟਰਮਸ ਕਿ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਉਹਨਾਂ ਨੂੰ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਸਾਡੀਆਂ ਸਿਕਿਉਰਿਟੀ ਏਜੰਸੀਜ਼ ਦਾ ਮੰਨਣਾ ਕਿ ਤੁਹਾਡੀ ਸਰਕਾਰ ਦੇ ਏਜੰਟ ਦੇ ਹੱਥ ਰਹੇ ਨੇ ਜੀ। ਸੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਆ ਵਾਲਿਆਂ ਦੀ ਸਟੇਟਮੈਂਟ ਦੇ ਵਿੱਚ ਉਸ ਗੱਲ ਨੂੰ ਤਸਦੀਕ ਕੀਤਾ ਗਿਆ ਤੇ ਇਹ ਦੱਸਿਆ ਗਿਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾ ਉਸੇ ਵੇਲੇ ਉਸ ਗੱਲ ਨੂੰ ਖਾਰਜ ਕੀਤਾ ਗਿਆ ਸੀ। ਇਸੇ ਸਟੇਟਮੈਂਟ 'ਚ ਅੱਗੇ ਇਹ ਵੀ ਲਿਖਿਆ ਹੋਇਆ ਵੀ ਕੈਨੇਡਾ ਅਜੇ ਤੱਕ ਕਹਿੰਦੇ ਐਕਸਟਰੀਮਿਸਟਸ ਲਈ ਇੱਕ ਸੇਫ ਹੇਵਨ ਬਣਿਆ ਹੋਇਆ ਤੇ ਭਾਵੇਂ ਉਹ ਖਾਲਿਸਤਾਨੀ ਟੈਰਰਿਸਟਸ ਹੋਣ ਜਾਂ ਐਕਸਟਰੀਮਿਸਟਸ ਹੋਣ, ਕਹਿੰਦੇ ਉਹਨਾਂ ਦੇ ਵਾਸਤੇ ਵੀ ਇਹ ਕਹਿੰਦੇ ਜਿਹੜੀਆਂ ਇਸ ਤਰ੍ਹਾਂ ਦੀਆਂ ਅਨਸਬਸਟੈਂਸ਼ੀਏਟਡ ਐਲੀਗੇਸ਼ਨਸ ਨੇ, ਕਹਿੰਦੇ ਇਹ ਫੋਕਸ ਸ਼ਿਫਟ ਕਰ ਰਹੀਆਂ ਨੇ ਕਿ ਜਿਹੜੀ ਵੀ ਭਾਰਤੀ ਸਰਕਾਰ ਦਾ ਕੰਸਰਨ ਇਹ ਆ ਕਿ ਜਿਹੜੀ ਐਕਸਟਰੀਮਿਸਟ ਐਕਟੀਵਿਟੀਜ਼ ਕੈਨੇਡੀਅਨ ਸੋਇਲ ਤੋਂ ਅਗੇਂਸਟ ਇੰਡੀਆ ਹੋ ਰਹੀਆਂ ਨੇ ਉਹਨਾਂ ਤੋਂ ਧਿਆਨ ਹਟਾਉਣ ਦੇ ਵਾਸਤੇ ਗੱਲ ਕੀਤੀ ਗਈ। ਇਹ ਸਾਰੀ ਸਟੇਟਮੈਂਟ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਜਾਰੀ ਕੀਤੀ ਗਈ ਆ। ਜਦੋਂ ਵਾਸੂ ਜੀ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਲੋਰ ਆਫ ਦਾ ਹਾਊਸ ਆਫ ਕਾਮਨਸ 'ਤੇ ਗੱਲ ਇਹ ਕਹੀ, ਉਹਨਾਂ ਨੇ ਇੱਕ ਗੱਲ ਜਿਹੜਾ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਪੋਟੈਂਸ਼ੀਅਲ ਲਿੰਕ ਹੈਗਾ, ਕਿ ਸੰਭਾਵੀ ਲਿੰਕ ਹੈਗਾ। ਇਸ ਗੱਲ ਦੇ ਪੁਖਤਾ ਸਬੂਤ ਨੇ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤੀ ਸਰਕਾਰ ਦੇ ਏਜੰਟਸ ਦਾ ਕੋਈ ਸੰਭਾਵੀ ਲਿੰਕ ਹੋ ਸਕਦਾ। ਸੋ ਕਈ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਜਿਹੜੇ ਹੁਣ ਕਰਦੇ ਨੇ ਨਾ ਇੱਕ ਇੱਕ ਸ਼ਬਦ ਦੀ ਪੁਣਛਾਣ ਕਰਕੇ ਐਨਾਲਿਸਿਸ ਕਰਨਾ, ਤੇ ਜਦੋਂ ਸਿਚੁਏਸ਼ਨ ਜਾਂ ਤੁਸੀਂ ਇਹ ਕਹਿ ਲਓ ਕਿ ਗੱਲਬਾਤ ਇੰਨੀ ਗੰਭੀਰ ਹੋਵੇ ਉਦੋਂ ਫਿਰ ਇੱਕ ਇੱਕ ਸ਼ਬਦ ਦੀ ਪੁਣਛਾਣ ਹੁੰਦੀ ਵੀ ਆ। ਉਹਨੇ ਕਿਹਾ ਵੀ ਜੇ ਪੁਖਤਾ ਸਬੂਤ ਨੇ ਫਿਰ ਸੰਭਾਵੀ ਪੋਟੈਂਸ਼ੀਅਲ ਲਿੰਕ ਦੀ ਗੱਲ ਕਿਉਂ ਕੀਤੀ ਗਈ ਹੈ। ਕਈਆਂ ਦਾ ਹੁਣ ਇਹ ਵੀ ਮੰਨਣਾ ਕਿ ਹੁਣ ਇਹਦੇ ਨਾਲ ਸਗੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਜਾਂ ਸਰਕਾਰ ਦੇ ਉੱਪਰ ਇਸ ਗੱਲ ਦਾ ਦਬਾਅ ਵੱਧ ਜਾਏਗਾ ਕਿ ਜਿਹੜਾ ਵੀ ਕਿਸਮ ਦਾ ਕੋਈ ਐਵੀਡੈਂਸ ਹੈ, ਉਹ ਜਿਹੜਾ ਸਟਰੋਂਗ ਐਵੀਡੈਂਸ ਆ ਉਹ ਜਾਰੀ ਕੀਤਾ ਜਾਵੇ ਤਾਂ ਕਿ ਇਸ ਗੱਲ ਨੂੰ ਹੋਰ ਜ਼ਿਆਦਾ ਕਲੀਅਰ ਕੀਤਾ ਜਾ ਸਕੇ। ਅੱਛਾ, ਦੂਜੇ ਪਾਸੇ ਜੇ ਉਹ ਐਵੀਡੈਂਸ ਜਾਰੀ ਹੁੰਦਾ, ਪਹਿਲੀ ਗੱਲ ਤਾਂ ਮੇ ਬੀ ਉਹ ਜਾਰੀ ਕਰਨਾ ਸੰਭਵ ਹੀ ਨਾ ਹੋ ਸਕੇ ਗਿਵਨ ਦ ਸੈਂਸਿਟੀਵਿਟੀ, ਕਿਉਂਕਿ ਇਹ ਨਾ ਭੁੱਲੀਏ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਆਈ ਹਿੱਟ ਵੱਲੋਂ ਕੀਤੀ ਜਾ ਰਹੀ ਹੈ ਉਹ ਅਜੇ ਤੱਕ ਮੁਕੰਮਲ ਨਹੀਂ ਹੋਈ। ਉਸ ਇਨਵੈਸਟੀਗੇਸ਼ਨ ਦੇ ਕੀ ਨਤੀਜੇ ਨੇ, ਉਹਦੇ ਵਿੱਚ ਕਿਹੜੀ ਸਟੇਜ ਤੱਕ ਉਹ ਇਨਵੈਸਟੀਗੇਸ਼ਨ ਪਹੁੰਚੀ ਆ, ਉਹ ਪਤਾ ਨਹੀਂ। ਉਹਦੀ ਸੈਂਸਿਟੀਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਹੋ ਸਕਦਾ ਕਿ ਉਹ ਸਾਰੀ ਗੱਲਬਾਤ ਕਦੇ ਸਾਹਮਣੇ ਆ ਨਾ ਸਕੇ। ਸੋ ਵਿਜੇ ਜੀ, ਹੁਣ ਦੇਖੋ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਇਹਦੇ ਸੰਕੇਤ ਦੇਖ ਰਹੇ ਸੀ ਜੀ ਕਿ ਪਹਿਲਾਂ ਜਿਹੜੀ ਇੱਕ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਪਿਛਲੇ ਸਾਲ ਅਪ੍ਰੈਲ ਤੋਂ ਗੱਲਬਾਤ ਚੱਲ ਰਹੀ ਸੀ ਦੋਨੋਂ ਮੁਲਕਾਂ ਦੇ ਵਿਚਕਾਰ, ਉਹਨੂੰ ਪੌਜ਼ ਕੀਤਾ ਗਿਆ। ਕੈਨੇਡੀਅਨ ਸਾਈਡ ਦੀ ਰਿਕੁਐਸਟ ਦੇ ਬਾਅਦ ਉਹਨੂੰ ਪੌਜ਼ ਕੀਤਾ ਗਿਆ। ਉਹ G20 ਤੋਂ ਪਹਿਲਾਂ ਹੋ ਗਿਆ ਸੀ। G20 ਤੋਂ ਪਹਿਲਾਂ ਹੋ ਗਿਆ ਸੀ। ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਸਾਡੇ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਮੈਰੀ ਯੰਗ, ਉਹਨਾਂ ਨੇ ਇੱਕ ਟ੍ਰੇਡ ਮਿਸ਼ਨ ਲੈ ਕੇ ਭਾਰਤ ਜਾਣਾ ਸੀ ਅਕਤੂਬਰ ਵਿੱਚ, ਤੇ ਉਹਨੂੰ ਵੀ ਪੋਸਟਪੋਨ ਕਰ ਦਿੱਤਾ ਗਿਆ। ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ G20 ਸਮਿਟ ਲਈ ਭਾਰਤ ਗਏ ਵੀ ਸੀ, ਉਦੋਂ ਵੀ ਉੱਥੇ ਜਾ ਕੇ ਜੋ ਗੱਲਬਾਤ ਹੋਈ, ਜੋ ਇੱਕ ਬਾਡੀ ਲੈਂਗੁਏਜ ਸੀ, ਉਹਦੇ ਵਿੱਚ ਕਾਫੀ ਤਣਾਅ ਦੇਖਣ ਨੂੰ ਮਿਲਿਆ। ਹੁਣ ਤੁਹਾਡੀ ਗੱਲ ਠੀਕ ਹੈ ਕਿ ਹੋ ਸਕਦਾ ਕਿ ਕੈਨੇਡੀਅਨ ਸਰਕਾਰ ਇਹ ਜਿਹੜੀ ਜਾਣਕਾਰੀ ਹੈ ਉਹ ਈਵਨ ਫॉर ਅ ਲੌਂਗਰ ਟਾਈਮ ਇਹਨੂੰ ਸਾਂਝਾ ਜਨਤਕ ਕਰਨਾ ਹੀ ਨਾ ਚਾਹੁੰਦੀ ਹੋਵੇ, ਕਿਉਂਕਿ ਇੱਕ ਨੈਸ਼ਨਲ ਸਿਕਿਉਰਿਟੀ ਦਾ ਵੀ ਮਾਮਲਾ ਤੇ ਦੋ ਮੁਲਕਾਂ ਦੇ ਆਪਸੀ ਡਿਪਲੋਮੈਟਿਕ ਰਿਲੇਸ਼ਨਸ ਦਾ ਵੀ ਮਾਮਲਾ ਹੈ। ਪਰ ਹੋ ਸਕਦਾ ਕਿ ਉਹ ਮੀਡੀਆ ਰਿਪੋਰਟ ਜਿਹੜੀ ਉਹ ਠੀਕ ਹੋਵੇ ਕਿ ਮੀਡੀਆ ਦੇ ਵਿੱਚ ਉਹ ਗੱਲ ਲੀਕ ਹੋਣ ਲੱਗੀ ਸੀ, ਇਸ ਕਰਕੇ ਕਾਹਲੀ ਦੇ ਵਿੱਚ ਸਰਕਾਰ ਵੱਲੋਂ ਵੀ ਜਾਣਕਾਰੀ ਜਾਰੀ ਕਿ ਉਹਨਾਂ ਨੂੰ ਕਰਨੀ ਪੈ ਗਈ। ਪਲੱਸ ਵਿਜੇ ਜੀ, ਜਿਹੜੇ ਕੁਝ ਕ੍ਰਿਟਿਕਸ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਇਸ ਵੇਲੇ ਇਹ ਸਾਨੂੰ ਪਤਾ ਹੈ ਕਿ ਇਹ ਫੈਕਟ ਹੈ ਕਿ ਲਿਬਰਲ ਸਰਕਾਰ ਥੋੜੀ ਜਿਹੀ ਬੈਕਫੁੱਟ ਤੇ ਹੈ, ਕਿ ਵੱਖੋ ਵੱਖਰੇ ਜਿਹੜੇ ਸਰਵੇਜ਼ ਆ ਰਹੇ ਨੇ ਉਹਨਾਂ ਦੇ ਵਿੱਚ ਉਹ ਥੋੜੇ 12 ਪੁਆਇੰਟ 14 ਪੁਆਇੰਟ 15 ਪੁਆਇੰਟ ਵਾਲਾ ਸਰਵੇ ਵੀ ਆ ਕੱਲ ਉਹ ਟ੍ਰੇਲ ਕਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਤੋਂ। ਤੇ ਅਸੀਂ ਕੱਲ ਗੱਲ ਕਰਦੇ ਹੀ ਸੀ ਕਿ ਹਾਊਸ ਆਫ ਕਾਮਨਸ ਦੇ ਸੈਸ਼ਨ ਵਿੱਚ ਜਿਹੜੇ ਵੱਡੇ ਮੁੱਦੇ ਨੇ ਉਹਨਾਂ ਤੇ ਸਰਕਾਰ ਨੂੰ ਘੇਰਿਆ ਜਾ ਸਕਦਾ ਆਪੋਜੀਸ਼ਨ ਪਾਰਟੀਆਂ ਵੱਲੋਂ। ਤੇ ਜਿਵੇਂ ਸ਼ੁਰੂਆਤ ਵਿੱਚ ਮੈਂ ਕਿਹਾ ਵੀ ਇਸ ਮੁੱਦੇ ਦੇ ਕਰਕੇ ਬਾਕੀ ਜਿਹੜੇ ਮੁੱਦੇ ਸੀਗੇ ਉਹ ਇੱਕ ਤਰ੍ਹਾਂ ਬੈਕ ਬਰਨਰ ਤੇ ਪੈ ਗਏ। ਕਈ ਕ੍ਰਿਟਿਕਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਇੱਕ ਪੋਲੀਟੀਕਲ ਡਾਇਵਰਜਨ ਟੈਕਟਿਕ ਵੀ ਹੋ ਸਕਦਾ। ਪਰ ਚਲੋ ਜਿਹੜੇ ਤੱਥਾਂ ਦੀ ਗੱਲ ਕਰੀਏ, ਹੁਣ ਇਹਦੇ ਵਿੱਚ ਕੱਲ ਜਿਹੜੇ ਸਾਡੇ ਪ੍ਰੀਮੀਅਰ ਨੇ ਡੇਵਿਡ ਈਬੀ, ਉਹਨਾਂ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਕੱਲ ਦੁਪਹਿਰ ਸੀਸਿਸ ਵੱਲੋਂ ਉਹਨਾਂ ਨੂੰ ਵੀ ਇੱਕ ਬਰੀਫਿੰਗ ਦਿੱਤੀ ਗਈ ਹੈ ਵਿਸ਼ੇਸ਼ ਤੌਰ ਤੇ ਇਸੇ ਮਾਮਲੇ ਨਾਲ ਸੰਬੰਧਿਤ। ਉਹਨਾਂ ਨੇ ਕਿਹਾ ਕਿ ਆਫਕੋਰਸ ਜਿਹੜੀ ਉਹਨਾਂ ਨੇ ਇਸ ਮਰਡਰ ਨੂੰ ਕੰਡੈਮ ਕੀਤਾ ਤੇ ਸਾਰੀ ਗੱਲਬਾਤ ਨਾਲ ਉਹਨਾਂ ਨੇ ਕਿਹਾ ਕਿ ਮੈਂ ਸੀਸਿਸ ਨੂੰ ਰਿਕੁਐਸਟ ਕੀਤੀ ਹੈ ਵੀ ਅਗਾਂਹ ਤੋਂ ਵੀ ਜਿਹੜੇ ਇਸ ਅਜਿਹੇ ਕਿਸੇ ਮਾਮਲੇ ਨਾਲ ਸੰਬੰਧਿਤ ਕੋਈ ਵੀ ਸੈਂਸਿਟਿਵ ਇਨਫੋਰਮੇਸ਼ਨ ਹੋਵੇ ਉਹ BC ਨਾਲ ਸਮੇਂ-ਸਮੇਂ ਤੇ ਸਾਂਝੀ ਕੀਤੀ ਜਾਵੇ ਤਾਂ ਕਿ ਅਸੀਂ ਇੱਥੇ ਸੂਬੇ ਦੇ ਵਿੱਚ ਜਿਹੜੇ ਨਿਵਾਸੀ ਨੇ ਉਹਨਾਂ ਦੀ ਪਬਲਿਕ ਸੇਫਟੀ ਸੁਨਿਸ਼ਚਿਤ ਕਰ ਸਕੀਏ। ਸੋ ਫੋਰਨ ਇੰਟਰਫੇਰੈਂਸ ਸੰਬੰਧੀ ਈਵਨ ਕਹਿੰਦੇ ਕੋਈ ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਸੰਬੰਧੀ ਤੁਹਾਡੇ ਕੋਲ ਜੇ ਕੋਈ ਵੀ ਜਾਣਕਾਰੀ ਪਹੁੰਚਦੀ ਆ
ਤਾਂ ਉਹਨਾਂ ਨੇ EB ਨੇ ਮੰਗ ਕੀਤੀ ਹੈ ਵੀ ਉਹ ਪ੍ਰੋਵਿੰਸ਼ੀਅਲ ਅਧਿਕਾਰੀਆਂ ਨਾਲ ਵੀ ਉਹ ਸ਼ੇਅਰ ਕੀਤੀ ਜਾਵੇ। ਵਾਸੂ ਜੀ, ਇਸੇ ਤਰ੍ਹਾਂ ਜਿੱਥੇ ਪ੍ਰੀਮੀਅਰ EB ਨੇ ਆਪਣਾ ਰਿਐਕਸ਼ਨ ਇਸ ਗੱਲ ਤੇ ਸਾਂਝਾ ਕੀਤਾ, BC ਯੂਨਾਈਟਿਡ ਦੇ ਲੀਡਰ ਕੈਵਿਨ ਫਾਲਕਨ ਨੇ ਵੀ ਇਸ ਬਾਰੇ ਆਪਣਾ ਰਿਐਕਸ਼ਨ ਸਾਂਝਾ ਕੀਤਾ। ਉਹਨੇ ਕਿਹਾ ਵੀ ਇਸ ਤਰ੍ਹਾਂ ਦੀ ਜੇ ਹਰਕਤ ਜਿਹੜੀ ਫੋਰਨ ਕਿਸੇ ਫੋਰਨ ਸਰਕਾਰ ਦੇ ਇਸ਼ਾਰੇ ਤੇ ਕੈਨੇਡੀਅਨ ਨਾਗਰਿਕ ਦਾ ਕਤਲ ਹੋਣਾ, ਕਹਿੰਦੇ ਇਹ ਗੱਲ ਨਾਕਾਬਿਲੇ ਬਰਦਾਸ਼ਤ ਹੈ। ਉਹਨਾਂ ਨੇ ਇਹ ਵੀ ਫਿਰ ਆਪਣੀ ਉਹ ਸਟੇਟਮੈਂਟ ਦੇ ਵਿੱਚ ਲਿਖਿਆ, ਕਹਿੰਦੇ ਵੀ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਉਦੋਂ ਕਹਿੰਦੇ ਉਹਨਾਂ ਨੇ ਫੈਡਰਲ ਪਬਲਿਕ ਸੇਫਟੀ ਮੰਤਰੀ ਨੂੰ ਚਿੱਠੀ ਲਿਖੀ ਸੀ ਕੈਵਿਨ ਫਾਲਕਨ ਨੇ, ਤੇ ਉਦੋਂ ਉਹਨਾਂ ਨੇ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਸੀ। ਨਾਲ ਇਹ ਵੀ ਕਿਹਾ ਸੀ ਵੀ ਜੇ ਕਿਸੇ ਹੋਰ ਦੀ ਜਾਨ ਨੂੰ ਵੀ ਖਤਰਾ ਹੈ ਇਸ ਗਰੁੱਪ ਨਾਲ ਸੰਬੰਧਿਤ ਵਿਅਕਤੀਆਂ ਦੀ, ਤੇ ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਪ੍ਰਦਾਨ ਕੀਤੀ ਜਾਵੇ। ਮੇਅਰ ਬ੍ਰੈਂਡਾ ਲੌਕ ਨੇ ਵੀ ਕੱਲ੍ਹ ਵਾਸੂ ਜੀ ਸਟੇਟਮੈਂਟ ਜਾਰੀ ਕੀਤੀ ਆ। ਉਹ ਕਹਿੰਦੇ ਵੀ ਲਾਅ ਐਨਫੋਰਸਮੈਂਟ ਏਜੰਸੀਆਂ ਦੀ ਕਾਰਗੁਜ਼ਾਰੀ ਦੇ ਵਿੱਚ ਉਹਨਾਂ ਨੂੰ ਕੌਨਫੀਡੈਂਸ ਆ, ਤੇ ਕੈਨੇਡੀਅਨ ਡੈਮੋਕ੍ਰੇਸੀ ਤੇ ਸਿਟੀਜ਼ਨਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਿੱਚ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਆਪਣਾ ਕੰਮ ਨਿਭਾਉਣਗੀਆਂ, ਆਪਣੀ ਕਾਰਵਾਈ ਕਰਨਗੀਆਂ। ਸਾਬਕਾ ਮੇਅਰ ਡਗ ਮਕੱਲਮ ਨੇ ਵੀ ਵਾਸੂ ਜੀ ਸਟੇਟਮੈਂਟ ਜਾਰੀ ਕੀਤੀ। ਉਹਨਾਂ ਨੇ ਵੀ ਠਰਮੇ ਨਾਲ ਪੇਸ਼ ਆਉਣ ਦੀ ਅਪੀਲ ਕੀਤੀ ਆ ਤੇ ਪ੍ਰੋਪਰ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਆ। ਕੱਲ੍ਹ ਦੇਰ ਸ਼ਾਮ ਵਾਈਟ ਹਾਊਸ ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਆ। ਵਾਈਟ ਹਾਊਸ ਵੱਲੋਂ ਨੇ ਵੀ ਕਿਹਾ ਕਿ ਡੀਪਲੀ ਕੰਸਰਨਿੰਗ ਆ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਅਸੀਂ ਕੈਨੇਡੀਅਨ ਪਾਰਟਨਰਸ ਦੇ ਆਪਣੇ ਰੈਗੂਲਰ ਕੰਟੈਕਟ ਦੇ ਵਿੱਚ ਹੈਗੇ ਆ, ਤੇ ਕਹਿੰਦੇ ਇਟ ਇਜ਼ ਕ੍ਰਿਟੀਕਲ ਕਿ ਜਿਹੜੀ ਕੈਨੇਡਾ ਦੇ ਵਿੱਚ ਇਨਵੈਸਟੀਗੇਸ਼ਨ ਆ ਇਹ ਪ੍ਰੋਪਰਲੀ ਪ੍ਰੋਸੀਡ ਹੋਵੇ ਤੇ ਜਿਹੜਾ ਨਿਆਂ ਹੈ ਉਹ ਮਿਲ ਸਕੇ। ਵਾਸੂ ਜੀ, ਇਹ ਸਾਰੀ ਗੱਲ ਦੇ ਵਿੱਚ ਇੱਕ ਪਹਿਲੂ ਜਿਹੜਾ ਹੋਰ ਬੜਾ ਇੰਪੋਰਟੈਂਟ ਆ, ਮਹੱਤਵਪੂਰਨ ਆ। ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ 18 ਜੂਨ ਨੂੰ, ਉਸ ਤੋਂ ਬਾਅਦ ਇਹ ਗੱਲ ਬੜੀ ਕੁਇਕਲੀ ਸਾਹਮਣੇ ਆ ਗਈ ਸੀ ਕਿ ਕੈਨੇਡਾ ਦੀ ਖੂਫੀਆ ਏਜੰਸੀ ਸੀਸਿਸ ਵੱਲੋਂ ਉਹਨਾਂ ਨੂੰ ਪਹਿਲਾਂ ਤੋਂ ਚੇਤਾਵਨੀ ਦਿੱਤੀ ਜਾ ਰਹੀ ਸੀ ਵੀ ਤੁਹਾਡੀ ਜਾਨ ਨੂੰ ਖਤਰਾ। ਸਵਾਲ ਇਹ ਕੈਨੇਡੀਅਨ ਆਪਣੀ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਜਾਂ ਆਪਣਾ ਓਵਰਆਲ ਸਿਸਟਮ ਹੈਗਾ, ਖੂਫੀਆ ਏਜੰਸੀ ਆ, ਉਹਦੀ ਕਾਰਗੁਜ਼ਾਰੀ ਦੇ ਉੱਪਰ ਵੀ ਖੜਾ ਹੁੰਦਾ ਕਿ ਜੇ ਪਤਾ ਸੀ ਕਿ ਇੱਕ ਵਿਅਕਤੀ ਦੀ ਜਾਨ ਨੂੰ ਖਤਰਾ ਹੈ ਤਾਂ ਜਿਹੜਾ ਇੱਥੋਂ ਦਾ ਸਿਸਟਮ ਹੈ ਉਹ ਹਰਦੀਪ ਸਿੰਘ ਨਿੱਜਰ ਦੀ ਰੱਖਿਆ ਕਰਨ ਦੇ ਵਿੱਚ, ਉਹਨਾਂ ਦੀ ਜਾਨ ਬਚਾਉਣ ਦੇ ਵਿੱਚ ਨਾਕਾਮਯਾਬ ਰਿਹਾ। ਸੋ ਵਿਜੇ ਜੀ, ਇਹਦੇ ਵਿੱਚ ਹੁਣ ਕਿੰਨੀਆਂ ਹੀ ਗੱਲਾਂ ਨਾਲ ਜੁੜੀਆਂ ਨੇ। ਸੋ ਇਹਦੇ ਬਾਰੇ ਤਾਂ ਚਾਹੇ ਅਸੀਂ ਹੁਣ 2 ਘੰਟੇ ਗੱਲਬਾਤ ਕਰਦੇ ਰਹੀਏ, ਕਿਉਂਕਿ ਇਹ ਬੜਾ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ। ਤੇ ਅੱਛਾ, ਇਹਦੇ ਵਿੱਚ ਹੁਣ ਜੇ ਦੇਖੀਏ ਕਿ ਇਹਦੀਆਂ ਜੀਓਪੋਲੀਟੀਕਲ ਰੈਪਰਕਸ਼ਨਸ ਵੀ ਹੋਣਗੀਆਂ, ਆਫ ਕੋਰਸ ਹੋਣਗੀਆਂ, ਤੇ ਆਲਰੇਡੀ ਉਹ ਸਾਹਮਣੇ ਆ ਰਹੀਆਂ ਨੇ। ਹੁਣ ਦੇਖੋ, ਜੇ ਜੀਓਪੋਲੀਟੀਕਲ ਲੈਵਲ ਤੇ ਇੰਡੀਆ ਦੀ ਕੈਨੇਡਾ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਰਸ਼ੀਆ ਦੇ ਨਾਲ ਆਲਰੇਡੀ ਸਟ੍ਰੇਨਡ ਹੈ, ਸਾਰੇ ਵੈਸਟਰਨ ਮੁਲਕਾਂ ਦੀ ਹੈ। ਵੱਡੇ ਮੁਲਕਾਂ ਦੀ ਗੱਲ ਕਰੀਏ, ਚਾਈਨਾ ਦੇ ਨਾਲ ਵੀ ਹੁਣ ਆਪਣੀ ਬਣਦੀ ਨਹੀਂ ਹੈ। ਫੋਰਨ ਇੰਟਰਫੇਰੈਂਸ ਦੇ ਮਾਮਲੇ ਨੂੰ ਲੈ ਕੇ ਪਬਲਿਕ ਇਨਕੁਆਇਰੀ ਹੋ ਰਹੀ ਹੈ। ਹੁਣ ਇਹ ਮੰਗ ਕੀਤੀ ਜਾ ਰਹੀ ਹੈ ਜਗਮੀਤ ਸਿੰਘ ਵੱਲੋਂ, ਫਲੋਰ ਆਫ ਦਾ ਕਾਮਨ ਆਫ ਹਾਊਸ ਆਫ ਕਾਮਨਸ, ਤੇ ਉਹਨਾਂ ਨੇ ਕੱਲ੍ਹ ਇਹ ਗੱਲ ਦੁਬਾਰਾ ਦੁਹਰਾਈ ਹੈ। ਉਹਨਾਂ ਨੇ ਕਿਹਾ ਹੈ ਕਿ ਉਸ ਪਬਲਿਕ ਇਨਕੁਆਇਰੀ ਦੇ ਵਿੱਚ ਭਾਰਤੀ ਇੰਟਰਫੇਰੈਂਸ ਨੂੰ ਵੀ ਸ਼ਾਮਲ ਕੀਤਾ ਜਾਵੇ ਟਰਮਸ ਆਫ ਰੈਫਰੈਂਸ ਦੇ ਵਿੱਚ। ਸੋ ਇਹ ਪਹਿਲਾਂ ਗੱਲ ਹੋ ਚੁੱਕੀ ਹੈ। ਸੋ ਹੁਣ ਇੰਡੀਆ ਦੇ ਨਾਲ ਵੀ ਰਿਲੇਸ਼ਨਸ਼ਿਪ ਸਾਡੀ ਸਟ੍ਰੇਨ ਹੋ ਗਈ ਹੈ ਜੀ। ਇਹਦੇ ਵਿੱਚ ਦੇਖੋ, ਪਹਿਲਾਂ ਫॉर द ਲੌਂਗੈਸਟ ਟਾਈਮ ਇਹ ਗੱਲ ਚੱਲਦੀ ਰਹੀ ਕਿ ਰਸ਼ੀਆ ਦੇ ਨਾਲ, ਚਾਈਨਾ ਦੇ ਨਾਲ ਕੈਨੇਡਾ ਮੇਬੀ ਆਪਣੇ ਪੱਧਰ ਤੇ ਰਿਲੇਸ਼ਨਸ਼ਿਪ ਖਰਾਬ ਨਹੀਂ ਕਰਨਾ ਚਾਹੁੰਦਾ। ਅਮਰੀਕਾ ਕਰਕੇ ਹੋਇਆ, ਅਮਰੀਕਾ ਦਾ ਦਬਾਅ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਅਸੀਂ ਉਹ ਲਾਈਨ ਟੋ ਕਰੀਏ। ਹੁਣ ਸਾਨੂੰ ਇਹ ਪਤਾ ਹੈ ਕਿ ਇੰਡੀਆ ਦੇ ਕੇਸ ਦੇ ਵਿੱਚ ਅਮਰੀਕਾ ਨੇੜਤਾ ਹੋਰ ਵਧਾਉਣਾ ਚਾਹੁੰਦਾ ਕਿ ਜੋ ਬਾਈਡਨ ਹੁਣੇ G20 ਸਮਿਟ ਗਏ ਵੀ ਸੀ, ਉੱਥੇ ਬੜਾ ਵਧੀਆ ਮਾਹੌਲ ਰਿਹਾ। ਤੇ ਚਾਈਨਾ ਨੂੰ ਕਾਊਂਟਰ ਕਰਨ ਵਾਸਤੇ ਇੰਡੋ ਪੈਸੀਫਿਕ ਰੀਜਨ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਗਲੋਬਲ ਸਾਊਥ ਕਿਹਾ ਜਾਂਦਾ, ਗਲੋਬਲ ਸਾਊਥ ਦੇ ਵਿੱਚ ਭਾਰਤ ਨੂੰ ਉਹ ਸਪੋਰਟ ਕਰਨਾ ਚਾਹੁੰਦੇ ਨੇ ਕਿ ਉਹ ਜਿਹੜਾ ਇੱਕ ਜੀਓਪੋਲੀਟੀਕਲ ਬੈਲੈਂਸ ਬਣਾ ਕੇ ਰੱਖਣ ਲਈ। ਹੁਣ ਇਸ ਕੇਸ ਦੇ ਵਿੱਚ ਤਾਂ ਅਮਰੀਕਾ ਦੀ ਵੀ ਕੋਈ ਸ਼ੈ ਨਹੀਂ ਹੈ। ਬਿਲਕੁਲ। ਸੋ ਇਹ ਜਿਹੜਾ ਸਟੈਂਡ ਹੈ, ਇਹ ਕਲੀਅਰਲੀ ਪਿਓਰਲੀ ਕੈਨੇਡਾ ਨੇ ਆਪਣਾ ਸਟੈਂਡ ਉਹਨਾਂ ਨੇ ਲਿਆ ਆਪਣੇ ਪੱਧਰ ਤੇ। ਸੋ ਇਹਦੇ ਵਿੱਚ ਕੋਈ ਅਮਰੀਕਾ ਦੀ ਇੰਟਰਫੇਰੈਂਸ ਨਹੀਂ ਕਹੀ ਜਾ ਸਕਦੀ, ਜਾਂ ਉਹਨਾਂ ਦਾ ਅਮਰੀਕਾ ਦਾ ਕੋਈ ਦਬਾਅ ਨਹੀਂ ਕਿਹਾ ਜਾ ਸਕਦਾ, ਦਬਾਅ ਜਾਂ ਦਬਦਬਾ ਜਾਂ ਕੈਨੇਡੀਅਨ ਸਟੈਂਡ ਹੈ। ਬਿਲਕੁਲ। ਤੇ ਇਹਦਾ ਜੋ ਵੀ ਕੋਈ ਖਮਿਆਜ਼ਾ ਹੋਏਗਾ, ਜੋ ਵੀ ਕੋਈ ਰੈਪਰਕਸ਼ਨਸ ਹੋਣਗੀਆਂ, ਉਹ ਕੈਨੇਡਾ ਨੂੰ ਆਪਣੇ ਆਪ ਫੇਸ ਕਰਨੀਆਂ ਪੈਣਗੀਆਂ ਜੀ। ਤੇ ਵਾਸੂ ਜੀ, ਇਹ ਵੀ ਗੱਲ ਦੱਸੀ ਗਈ ਵੀ ਆਲਰੇਡੀ ਜਿਵੇਂ ਵਾਈਟ ਹਾਊਸ ਨਾਲ ਜਾਂ ਅਮਰੀਕਨ ਅਥਾਰਟੀਜ਼ ਨਾਲ ਪ੍ਰਧਾਨ ਮੰਤਰੀ ਨੇ ਗੱਲ ਕੀਤੀ, ਗੱਲ ਉਹਨਾਂ ਨੇ UK ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਦੇ ਨਾਲ ਵੀ ਕੀਤੀ ਆ। ਸੋ ਉਹਨੇ ਦੇਖਣਾ ਹੋਏਗਾ ਜੀਓਪੋਲੀਟੀਕਲ ਲੈਵਲ ਤੇ ਕਿ ਇਸ ਚੀਜ਼ ਨੂੰ ਲੈ ਕੇ ਬਾਕੀ ਦੇ ਮੁਲਕ ਕੈਨੇਡਾ ਨਾਲ ਉਹ ਗੱਲਾਂ ਬਾਤਾਂ ਤਾਂ ਲਾਮਬੰਦ ਹੋ ਜਾਣਗੇ। ਗੱਲਾਂ ਬਾਤਾਂ ਕਿਸੇ ਨੇ ਕੈਨੇਡਾ ਦੀ ਨਿਖੇਧੀ ਨਹੀਂ ਕਰਨੀ ਵੀ ਆਹ ਗੱਲ ਕਿਉਂ ਆਖੀ ਗਈ, ਕਿਉਂਕਿ ਜਿਹੜਾ ਹੈ ਨਾ, ਕਿਉਂਕਿ ਮੁੱਦਾ ਇੱਦਾਂ ਦਾ। ਪਰ ਪ੍ਰੈਕਟੀਕਲੀ ਵਿਹਾਰਕ ਤੌਰ ਤੇ ਕੈਨੇਡਾ ਦੀ ਸਪੋਰਟ ਦੇ ਵਿੱਚ ਕਿਹੜੇ ਮੁਲਕ ਅਸਲ ਦੇ ਵਿੱਚ ਨਿਤਰਨਗੇ, ਇਹ ਗੱਲ ਦੇਖਣ ਵਾਲੀ ਹੋਏਗੀ। ਕਿਉਂਕਿ ਜਿਹੜਾ ਪੁਆਇੰਟ ਤੁਸੀਂ ਹਾਈਲਾਈਟ ਕੀਤਾ ਨਾ ਕਿ ਇਹਦੇ ਵਿੱਚ ਜਿਹੜੀ ਹੁਣ ਜੀਓਪੋਲੀਟੀਕਲ ਟੈਨਸ਼ਨ ਵਾਲਾ ਜਿਹੜਾ ਨਵਾਂ ਐਂਗਲ ਭਾਰਤ ਦੇ ਨਾਲ ਖੁੱਲਿਆ, ਇਹ ਜੀਓਪੋਲੀਟੀਕਲ ਟੈਨਸ਼ਨ ਦੇ ਵਿੱਚ ਕਿਸੇ ਹੋਰ ਮੁਲਕ ਦਾ ਸਟੇਕ ਨਹੀਂ ਹੈਗਾ। ਇਹਦੇ ਵਿੱਚ ਸਿਰਫ ਤੇ ਸਿਰਫ ਕੈਨੇਡੀਅਨ ਸਟੇਕ ਹੈ, ਤੇ ਬਾਕੀ ਕਿੰਨੇ ਕਾ ਕੇ ਕੈਨੇਡਾ ਨਾਲ ਖੜਦੇ ਨੇ ਇਹ ਦੇਖਣਾ ਹੋਏਗਾ। ਤੇ ਕੈਨੇਡਾ ਦੀ ਸਾਖ ਵੀ ਇੱਕ ਤਰੀਕੇ ਨਾਲ ਦਾਤੇ ਹੈ। ਤੇ ਇਸ ਮਾਮਲੇ ਦੇ ਵਿੱਚ ਜਿਹੜੀਆਂ ਵੀ ਕੋਈ ਸਟੇਟਮੈਂਟਸ ਆਉਣਗੀਆਂ, ਉਹ ਯੂਨੈਨਿਮਸਲੀ ਕੈਨੇਡਾ ਦੇ ਹੱਕ ਵਿੱਚ ਆਉਣਗੀਆਂ,
ਕਿਉਂਕਿ ਜਿਹੜਾ ਮਾਮਲਾ ਹੈ ਕੈਨੇਡੀਅਨ ਸੋਇਲ ਤੇ ਇੱਕ ਕੈਨੇਡੀਅਨ ਸਿਟੀਜ਼ਨ ਦੇ ਮਰਡਰ ਦਾ ਮਾਮਲਾ ਹੈ ਤੇ ਦੋਸ਼ ਪ੍ਰਾਈਮ ਮਿਨਿਸਟਰ ਵੱਲੋਂ ਹਾਊਸ ਆਫ ਕਾਮਨਸ ਦੇ ਫਲੋਰ ਦੇ ਉੱਤੇ ਲਗਾਇਆ ਗਿਆ। ਇਹਦੀ ਗ੍ਰੈਵਿਟੀ ਬਹੁਤ ਜ਼ਿਆਦਾ ਹੈ। ਉਹ ਇਹ ਕਹਿ ਰਹੇ ਨੇ ਕਿ ਇੱਕ ਫੋਰਨ ਮੁਲਕ ਦੇ ਏਜੰਟਸ ਦਾ ਸਰਕਾਰੀ ਏਜੰਟਸ ਦਾ ਹੱਥ ਹੋ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ, ਇਸ ਕਤਲ ਦੇ ਵਿੱਚ। ਕੈਨੇਡੀਅਨ ਸਿਟੀਜ਼ਨ ਦਾ ਕਤਲ ਹੋਇਆ ਕੈਨੇਡੀਅਨ ਸੋਇਲ ਦੇ ਉੱਤੇ। ਸੋ ਇਹਦੇ ਵਿੱਚ ਕੋਈ ਵੀ ਮੁਲਕ ਜਾਂ ਕੋਈ ਵੀ ਧਿਰ, ਕੋਈ ਵੀ ਲੈਵਲ ਆਫ ਗਵਰਨਮੈਂਟ, ਕੋਈ ਵੀ ਸਰਕਾਰੀ ਅਫੀਸ਼ੀਅਲ ਇਹਦੇ ਖਿਲਾਫ ਬਿਆਨ ਦੇ ਹੀ ਨਹੀਂ ਸਕਦਾ। ਮਾਮਲਾ ਬੜਾ ਸੰਜੀਦਾ ਹੈ। ਵਾਸੂ ਜੀ, ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਹੋਰਨਾਂ ਮੁਲਕਾਂ ਵੱਲੋਂ, ਹੋਰਨਾਂ ਮੁਲਕਾਂ ਵਿੱਚ ਕੀਤੀਆਂ ਸੁਣੀਆਂ ਨੇ। ਜੇ ਜਮਾਲ ਖਸ਼ੋਗੀ ਦਾ ਮਰਡਰ ਹੋਇਆ ਸੀ, ਜੇ ਨਾਰਥ ਕੋਰੀਆ ਵਾਲਿਆਂ ਨੇ ਜਿਹੜਾ ਕਿਮ ਜੋਂਗ ਉਨ ਨੇ ਆਪਣੇ ਕਜ਼ਨ ਤੇ ਹਮਲਾ ਕਰਾਇਆ ਸੀ, ਜਾਂ ਰਸ਼ੀਆ ਵੱਲੋਂ, ਰਸ਼ੀਅਨ ਰਜੀਮ ਵੱਲੋਂ ਜਿਹੜੇ ਵਿਰੋਧੀ ਹੁੰਦੇ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਹਮਲੇ ਹੋਰਨਾਂ ਮੁਲਕਾਂ 'ਚ ਕਰਾਏ ਜਾਂਦੇ ਨੇ। ਸੋ ਜਿਹੜੀ ਗ੍ਰੈਵਿਟੀ ਤੁਸੀਂ ਗੱਲ ਕਰ ਰਹੇ ਹੋ, ਗ੍ਰੈਵਿਟੀ ਉੱਧਰਲੇ ਪਾਸੇ ਨੂੰ ਜਾਂਦੀ ਹੈ ਇਹ ਕਿ ਇਸ ਤਰ੍ਹਾਂ ਦੀਆਂ ਖਬਰਾਂ ਜੇ ਪਹਿਲਾਂ ਕਦੇ ਆਈਆਂ ਤਾਂ ਉਹ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਤੇ ਕਿਹੋ ਜਿਹੇ ਜਿਹੜੇ ਗਵਰਨੈਂਸ ਮਾਡਲਸ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਲੱਗਦੇ ਰਹੇ ਨੇ ਇਲਜ਼ਾਮ। ਸੋ ਇਸ ਕਰਕੇ ਇਹਦੀ ਗੰਭੀਰਤਾ ਬਹੁਤ ਹੈ। ਹੁਣ ਇਹ ਵੇਖਣਾ ਹੋਏਗਾ, ਜਿਵੇਂ ਭਾਰਤ ਨੇ ਵੀ ਇੱਕ ਟਿਟ ਫॉर ਟੈਟ ਮੈਜਰ ਦੇ ਵਿੱਚ ਇੱਕ ਟਾਪ ਕੈਨੇਡੀਅਨ ਡਿਪਲੋਮੈਟ ਨੂੰ ਐਕਸਪੈਲ ਕਰ ਦਿੱਤਾ, ਉੱਥੋਂ ਬਰਖਾਸਤ ਕਰ ਦਿੱਤਾ ਗਿਆ। ਇਹਦਾ ਬਾਕੀ ਦੀ ਚੀਜ਼ਾਂ 'ਤੇ ਕੀ ਇੰਪੈਕਟ ਪਏਗਾ? ਹੁਣ ਇੰਟਰਨੈਸ਼ਨਲ ਸਟੂਡੈਂਟਸ ਹੋਣ ਜਾਂ ਵੈਸੇ ਕੈਨੇਡਾ ਦੇ ਵਿੱਚ ਨਵੇਂ ਆਉਣ ਵਾਲੇ ਲੋਕਾਂ ਦੀ ਗਿਣਤੀ ਹੋਵੇ, ਇੰਡੀਆ ਇੱਕ ਬਹੁਤ ਵੱਡਾ ਸੋਰਸ ਹੈ ਉਹ ਸਭ ਵਾਸਤੇ। ਸੋ ਬਾਕੀ ਦੀ ਜਿਹੜਾ ਬਾਕੀ ਚੀਜ਼ਾਂ ਦਾ ਆਦਾਨ ਪ੍ਰਦਾਨ ਹੈ ਉੱਤੇ ਕੀ ਇੰਪੈਕਟ ਪੈਂਦਾ ਹੈ ਦੇਖਣਾ ਹੋਏਗਾ। ਟਰੇਡ ਵਾਈਜ਼ ਇੰਡੀਆ ਤੇ ਕੈਨੇਡਾ ਦਾ ਕੋਈ ਆਪਸ ਦੇ ਵਿੱਚ ਇੰਨਾ ਜ਼ਿਆਦਾ ਟਰੇਡ ਨਹੀਂ ਆ। 2019 ਦੇ ਵਿੱਚ 10 ਬਿਲੀਅਨ ਦਾ ਟਰੇਡ ਸੀ। ਪਿਛਲੇ ਸਾਲ ਆਫਟਰ ਕੋਵਿਡ, ਕਿਉਂਕਿ ਕੋਵਿਡ ਦੌਰਾਨ ਟਰੇਡ ਬੜਾ ਘਟ ਗਿਆ ਸੀ, ਪਿਛਲੇ ਸਾਲ ਇਹ 8.8 ਬਿਲੀਅਨ ਡਾਲਰ ਦਾ ਹੀ ਟਰੇਡ ਸੀ, ਜੋ ਕਿ ਕੋਈ ਇੰਟਰਨੈਸ਼ਨਲ ਟਰੇਡ ਦੀ ਟਰਮਸ ਦੇ ਵਿੱਚ ਕੋਈ ਬਹੁਤਾ ਵੱਡਾ ਅਮਾਊਂਟ ਨਹੀਂ ਆ। ਟਰੇਡ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਵਾਸੀ, ਸੌਰੀ, ਕਿਉਂਕਿ ਅਕਸਰ ਗੱਲ ਦੇਖੋ ਇਹ ਹੋ ਜਾਂਦੀ ਹੈ ਵੀ ਕੈਨੇਡਾ ਦੀ ਚਾਈਨਾ ਨਾਲ ਵੀ ਟੈਨਸ਼ਨ ਬਹੁਤ ਹੈ, ਪਰ ਚਾਈਨਾ ਦੇ ਨਾਲ ਉਸ ਟੈਨਸ਼ਨ ਦੇ ਬਾਵਜੂਦ ਬਾਕੀ ਕਈ ਚੀਜ਼ਾਂ ਜਿਹੜਾ ਕਾਰ ਵਿਹਾਰ ਹੈ ਉਹ ਚੱਲੀ ਜਾਂਦਾ। ਉਹਦੇ ਪਿੱਛੇ ਰੀਜ਼ਨ ਇਹ ਹੈ ਵੀ ਟਰੇਡ ਇੱਕ ਬਹੁਤ ਸਟਰੋਂਗ ਬਾਈਂਡਿੰਗ ਫੈਕਟਰ ਹੈ। ਇੰਡੀਆ ਦੇ ਨਾਲ ਉਹ ਟਰੇਡ ਸਟਰੋਂਗ ਬਾਈਂਡਿੰਗ ਫੈਕਟਰ ਨਹੀਂ ਆ, ਸਿਰਫ ਪੀਪਲ ਟੂ ਪੀਪਲ ਕਨੈਕਸ਼ਨ ਰਹਿ ਗਿਆ ਹੁਣ। ਪਰ ਇਹ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਹੁਣ ਟਰੇਡ ਅਗਰੀਮੈਂਟ ਦੀ ਗੱਲ ਚੱਲ ਰਹੀ ਸੀ। ਕਰੈਕਟ, ਯੈਸ। ਕਿ ਟਰੇਡ ਜਿਹੜੀ ਇਸ ਵੇਲੇ ਆਪਣੀ ਬੜੀ ਘੱਟ ਹੈ, ਉਹਨੂੰ ਵਧਾਉਣ ਬਾਰੇ ਗੱਲਬਾਤ ਚੱਲ ਰਹੀ ਸੀ ਤੇ ਬਹੁਤ ਤੇਜ਼ੀ ਨਾਲ, ਬੜੇ ਜੋਸ਼ੋ ਖਰੋਸ਼ ਨਾਲ ਚੱਲ ਰਹੀ ਸੀ। ਉਹਨੂੰ ਪੌਜ਼ ਕਰ ਦਿੱਤਾ ਗਿਆ। ਟਰੇਡ ਮਿਸ਼ਨ ਜਾਣਾ ਸੀ, ਉਹਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਹੁਣ ਤਾਂ ਲੱਗਦਾ ਵੀ ਸ਼ਾਇਦ ਉਹ ਕੈਂਸਲ ਹੀ ਹੋਏਗਾ, ਕਿ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਤਾਂ ਨਹੀਂ ਹੁੰਦਾ ਜੀ। ਸੋ ਵਿਜੇ ਜੀ, ਇਹ ਤੁਸੀਂ ਗੱਲ ਬੜੀ ਇੰਪੋਰਟੈਂਟ ਮੈਂਸ਼ਨ ਕੀਤੀ ਹੈ ਕਿ ਚਾਈਨਾ ਦੇ ਖਿਲਾਫ, ਫੋਰਨ ਇੰਟਰਫੇਰੈਂਸ ਦੇ ਖਿਲਾਫ ਇੱਕ ਪਬਲਿਕ ਇਨਕੁਆਇਰੀ ਕੈਨੇਡਾ ਦੇ ਵਿੱਚ ਚੱਲ ਰਹੀ ਹੈ, ਪਰ ਟਰੇਡ ਚੱਲੀ ਜਾ ਰਹੀ ਹੈ, ਟਰੇਡ ਨਹੀਂ ਰੁਕੀ ਜੀ। ਸਾਊਦੀ ਅਰੇਬੀਆ ਦੇ ਖਿਲਾਫ ਇੱਕ ਸਮੇਂ ਤੇ ਅਸੀਂ ਆਪਣੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਬਿਲਕੁਲ ਖਤਮ ਹੀ ਕਰਤੇ ਸੀ, ਉਹਨਾਂ ਨੂੰ ਇਸ ਸਾਲ ਰਿਜ਼ਿਊਮ ਕੀਤਾ ਗਿਆ। ਉਹਨਾਂ ਦੇ ਐਨਰਜੀ ਮਿਨਿਸਟਰ ਇਸ ਵੇਲੇ ਕੈਲਗਰੀ ਆਏ ਹੋਏ ਨੇ। ਸੋ ਅਰਾਮਕੋ, ਜਿਹੜੀ ਸਭ ਤੋਂ ਵੱਡੀ, ਸਾਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਵੱਡੀ ਆਇਲ ਐਂਡ ਗੈਸ ਮੈਨੂਫੈਕਚਰਿੰਗ ਕੰਪਨੀ ਹੈ, ਉਹਨਾਂ ਦੇ CEO ਇੱਥੇ ਆਏ ਹੋਏ ਨੇ ਕੈਲਗਰੀ। ਉਹਨਾਂ ਦੇ ਐਨਰਜੀ ਮਿਨਿਸਟਰ ਪ੍ਰਿੰਸ ਨੇ, ਉਹ ਇੱਥੇ ਆਏ ਹੋਏ ਨੇ। ਸੋ ਟਰੇਡ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਤੇ ਸੋ ਕੱਲ ਅਸੀਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਆਫ ਕੋਰਸ, ਤੇ ਜਿਹੜੇ ਸਾਡੇ ਲਿਸਨਰਸ ਸੀਗੇ ਉਹਨਾਂ ਵਿੱਚੋਂ ਵਿਜੇ ਜੀ 100% ਨੇ ਇਹ ਕਿਹਾ, ਕਹਿੰਦੇ ਵੀ ਇਹ ਜਿਹੜਾ ਪੂਰਾ ਮਾਮਲਾ ਆਫ ਕੋਰਸ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ, ਇਹਦੀ ਤਹਿ ਤੱਕ ਪਹੁੰਚਣਾ ਬੜਾ ਜ਼ਰੂਰੀ ਹੈ। ਜੋ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਹਿ ਰਹੇ ਨੇ, ਜਸਟਿਸ ਮਸਟ ਬੀ ਸਰਵਡ। ਤੇ ਇਹ ਗੱਲ ਹੋ ਰਹੀ ਹੈ ਕਿ ਜਿਹੜੀ ਪਬਲਿਕ ਇਨਕੁਆਇਰੀ ਹੋ ਰਹੀ ਹੈ ਫੋਰਨ ਇੰਟਰਫੇਰੈਂਸ ਦੀ, ਮੇ ਬੀ ਉਹਦੇ ਵਿੱਚ ਇੰਡੀਅਨ ਇੰਟਰਫੇਰੈਂਸ ਨੂੰ ਵੀ ਸ਼ਾਮਲ ਕੀਤਾ ਜਾਵੇ ਆਫਟਰ ਦਿਸ ਹਿਊਜ ਡਿਵੈਲਪਮੈਂਟ। ਪਰ ਜਿਹੜੇ ਆਪਸੀ ਰਿਲੇਸ਼ਨਸ ਨੇ ਉਹਨਾਂ ਨੂੰ ਕਹਿੰਦੇ ਸਟ੍ਰੇਨ ਜ਼ਿਆਦਾ ਇਸ ਤੋਂ ਫਰਦਰ ਨਾ ਕੀਤਾ ਜਾਵੇ, ਤੇ ਦੋਨੋਂ ਮੁਲਕਾਂ ਦੇ ਹੱਕ ਵਿੱਚ ਹੋਏਗਾ। ਇਹ 100% ਕੱਲ ਲਿਸਨਰਸ ਨੇ ਇਹ ਗੱਲ ਕਹੀ ਹੈ। 100% when I say I mean it। ਇੱਕ ਵੀ ਲਿਸਨਰ ਨੇ, ਕਾਲਰ ਨੇ ਇਹ ਗੱਲ ਨਹੀਂ ਕਹੀ ਕਿ ਦੋਨੋਂ ਮੁਲਕਾਂ ਨੂੰ ਆਪਸੀ ਰਿਸ਼ਤੇ ਬਿਲਕੁਲ ਖਤਮ ਕਰ ਦੇਣੇ ਚਾਹੀਦੇ ਨੇ, ਜਾਂ ਡਿਪਲੋਮੈਟਿਕ ਰਿਲੇਸ਼ਨਸ ਜਾਂ ਟ੍ਰੇਡ ਰਿਲੇਸ਼ਨਸ ਬਿਲਕੁਲ ਸਟ੍ਰੇਨ ਕਰ ਲੈਣੇ ਚਾਹੀਦੇ ਨੇ। ਸਾਰਿਆਂ ਨੇ ਕਿਹਾ ਵੀ ਰਿਸ਼ਤੇ ਬਰਕਰਾਰ ਰਹਿਣ, ਮਾਮਲੇ ਦੀ ਤਫਤੀਸ਼ ਹੋਣੀ ਚਾਹੀਦੀ ਹੈ, ਬਿਲਕੁਲ ਇਨ ਡੈਪਥ ਜਾ ਕੇ ਹੋਣੀ ਚਾਹੀਦੀ।